ਸਭ ਤੋਂ ਪਹਿਲਾਂ ਨਮਰਤਾ ਅਤੇ ਦੂਸਰਾ ਆਗਿਆਕਾਰੀ। ਇੱਕ ਵਿਅਕਤੀ ਆਪਣੇ ਪਿਤਾ ਜੀ ਨੂੰ ਜਾ ਕੇ ਕਹਿੰਦਾ, ਪਿਤਾ ਜੀ, ਮੈਂ ਘਰੋਂ ਜਾ ਰਿਹਾ ਹਾਂ। ਘਰੋਂ ਜਾ ਰਿਹਾ ਹੈ? ਹਾਂ ਪਿਤਾ ਜੀ, ਮੈਂ ਆਪਣੀ ਪਤਨੀ ਦੇ ਨਾਲ ਮੇਰਾ ਜੋ ਕੁਝ ਵੀ ਹੈ ਉਹ ਸਭ ਕੁਝ ਲੈ ਕੇ ਜਾ ਰਿਹਾ ਹਾਂ। ਕੀ ਹੋਇਆ ਤੈਨੂੰ? ਮੈਨੂੰ ਪਰਮੇਸ਼ਵਰ ਨੇ ਕਿਹਾ ਹੈ। ਕੀ ਤੈਨੂੰ ਪਰਮੇਸ਼ਵਰ ਨੇ ਕਿਹਾ ਹੈ? ਕਿਹੜਾ ਪਰਮੇਸ਼ਵਰ? ਨਹੀਂ ਪਤਾ। ਕੀ ਕਿਹਾ ਹੈ? ਤੂੰ ਆਪਣੇ ਰਿਸ਼ਤੇਦਾਰਾਂ ਵਿੱਚੋਂ ਅਲੱਗ ਹੋ ਕੇ ਜਾ, ਇਸ ਤਰ੍ਹਾਂ ਕਿਹਾ ਹੈ। ਕਿੱਥੇ ਜਾਣ ਲਈ ਕਿਹਾ ਹੈ? ਨਹੀਂ ਪਤਾ। ਬੇਟਾ ਕੀ ਕਹਿ ਰਿਹਾ ਹੈ? ਕਿਹੜੇ ਪਰਮੇਸ਼ਵਰ ਨੇ ਜਾਣ ਲਈ ਕਿਹਾ ਹੈ? ਕਿੱਥੇ ਜਾਣ ਲਈ ਕਿਹਾ ਇਹ ਵੀ ਤੈਨੂੰ ਨਹੀਂ ਪਤਾ। ਤੂੰ ਘਰੋਂ ਜਾਣ ਦੇ ਲਈ ਕਹਿ ਰਿਹਾ ਹੈ। ਤੂੰ ਤਾਂ ਘਰ ਦੇ ਵਿੱਚ ਸਭ ਤੋਂ ਵੱਡਾ ਪੁੱਤਰ ਹੈ ਬੇਟੇ। ਮੇਰੀਆਂ ਸਾਰੀਆਂ ਆਸਾਂ ਤੇਰੇ ਤੇ ਹੈ। ਸਾਡੇ ਬੁਢਾਪੇ ਦਾ ਸਹਾਰਾ ਤਾਂ ਤੂੰ ਹੀ ਹੈ। ਕਿਉਂ ਜਾਣ ਲਈ ਕਹਿ ਰਿਹਾ ਹੈ? ਨਹੀਂ ਪਿਤਾ ਜੀ, ਮੈਨੂੰ ਜਾਣਾ ਪਵੇਗਾ। ਕਿਹੜੇ ਪਰਮੇਸ਼ਵਰ ਨੇ ਕਿਹਾ? ਨਹੀਂ ਪਤਾ। ਕੀ ਤੂੰ ਉਸ ਪਰਮੇਸ਼ਵਰ ਨੂੰ ਵੇਖਿਆ? ਨਹੀਂ ਵੇਖਿਆ। ਕੀ ਤੂੰ ਕਦੇ ਵੀ ਵੇਖਿਆ ਹੈ? ਨਹੀਂ ਵੇਖਿਆ। ਕੀ ਇਸ ਤੋਂ ਪਹਿਲਾਂ ਕੋਈ ਗੱਲ ਹੋਈ? ਕਦੇ ਵੀ ਕੋਈ ਗੱਲ ਨਹੀਂ ਹੋਈ। ਇਸ ਤੋਂ ਪਹਿਲਾਂ ਕਦੇ ਗੱਲ ਨਹੀਂ ਕੀਤੀ। ਇਸ ਤੋਂ ਪਹਿਲਾਂ ਕਦੇ ਵੇਖਿਆ ਨਹੀਂ, ਅਤੇ ਨਾ ਹੀ ਤੂੰ ਜਾਣਦਾ ਹੈ। ਉਹ ਪਰਮੇਸ਼ਵਰ ਨੇ ਕੁਝ ਕਿਹਾ ਹੈ ਕਹਿ ਕੇ ਐਨੇ ਸਮੇਂ ਤੋਂ ਤੈਨੂੰ ਪਾਲ ਪੋਸ ਕੇ ਮੈਂ ਵੱਡਾ ਕੀਤਾ ਅਤੇ ਤੂੰ ਮੈਨੂੰ ਹੀ ਛੱਡ ਕੇ, ਉਹ ਅਣਜਾਣਾ ਪਰਮੇਸ਼ਵਰ ਹੀ ਤੈਨੂੰ ਚਾਹੀਦਾ ਹੈ। ਇਹ ਸੋਚ ਕੇ ਇਹ ਕਿੱਥੋਂ ਤੱਕ ਨਿਆਂ ਹੈ ਬੇਟੇ? ਇਹ ਤੁਹਾਨੂੰ ਅਨਿਆਇ ਲੱਗ ਸਕਦਾ ਹੈ, ਲੇਕਿਨ ਪਿਤਾ ਜੀ, ਮੈਨੂੰ ਜਾਣਾ ਪਵੇਗਾ। ਕੀ ਐਸਾ ਫੈਸਲਾ ਲੈਣਾ ਉਸ ਵਿਅਕਤੀ ਲਈ ਆਸਾਨ ਹੋਵੇਗਾ? ਨਹੀਂ ਪਿਆਰਿਓ। ਦੂਸਰਾ, ਉਹ ਬਹੁਤ ਸ਼ਾਹੀ ਜੀਵਨ ਜੀਂਦੇ ਹੋਏ ਰਾਜਾ ਹੋਣ ਦੇ ਲਈ ਰਾਜ ਕਰਕੇ ਸਾਰੀਆਂ ਵਿਦਿਆਵਾਂ ਨੂੰ ਸਿੱਖ ਕੇ 40 ਸਾਲ ਉੱਥੋਂ ਦੇ ਰਾਜੇ ਦਾ ਪੋਤਾ ਅਖਵਾਇਆ। ਸਾਰੀਆਂ ਚੀਜ਼ਾਂ ਦਾ ਆਨੰਦ ਲੈਣ ਦਾ ਮੌਕਾ ਉਸ ਨੂੰ ਮਿਲਿਆ ਸੀ। ਉਸ ਮਾਂ ਨੇ ਬਹੁਤ ਸਾਰੇ ਸੁਪਨੇ ਵੇਖ ਕੇ ਉਸ ਨੂੰ ਪਾਲਿਆ। ਜਦੋਂ ਉਹ ਵੱਡਾ ਹੋਇਆ, ਜਦੋਂ ਰਾਜਾ ਹੋਣ ਦੇ ਲਈ ਰਾਜ ਕਰਨ ਦਾ ਸਮਾਂ ਆਇਆ, ਅਚਾਨਕ ਉਹ ਜਵਾਨ ਆ ਕੇ ਕਹਿ ਰਿਹਾ ਹੈ, ਮਾਂ, ਮੈਂ ਤੁਹਾਨੂੰ ਛੱਡ ਕੇ ਜਾ ਰਿਹਾ ਹਾਂ। ਕਿੱਥੇ ਜਾ ਰਿਹਾ ਹੈ? ਜੋ ਮੇਰੇ ਮਨ 'ਚ ਆ ਰਿਹਾ ਹੈ ਮੈਂ ਉਸ ਨੂੰ ਕਰਨ ਜਾ ਰਿਹਾ ਹਾਂ ਮਾਂ। ਤਾਂ ਫਿਰ ਇਸ ਇਲਾਕੇ ਦਾ ਕੀ ਹੋਵੇਗਾ? ਮੈਨੂੰ ਨਹੀਂ ਚਾਹੀਦਾ। ਤੇਰੇ ਨਾਨਾ ਜੀ ਦੇ ਸੁਪਨਿਆਂ ਦਾ ਕੀ ਹੋਵੇਗਾ? ਮੈਂ ਨਹੀਂ ਜਾਣਦਾ। ਬੇਟਾ, ਮੈਂ ਜਿਹੜਾ ਸੁਪਨਾ ਵੇਖਿਆ ਉਹਦਾ ਕੀ ਹੋਵੇਗਾ? ਮਾਫ ਕਰਨਾ ਮਾਂ, ਮੈਂ ਤੁਹਾਡੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦਾ। ਬੇਟਾ, ਮੈਂ ਤਾਂ ਤੈਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਹੈ। ਤੂੰ ਇਕਲੌਤਾ ਪੁੱਤਰ ਹੈ। ਇਹ ਦੇਸ਼ ਦੀਆਂ ਸਾਰੀਆਂ ਵਿਦਿਆਵਾਂ ਤੈਨੂੰ ਇਸ ਲਈ ਸਿਖਾਈਆਂ ਤਾਂ ਕਿ ਇੱਕ ਦਿਨ ਇਸ ਦੇਸ਼ ਤੇ ਤੂੰ ਰਾਜ ਕਰ ਸਕੇ। ਇੰਨੀਆਂ ਉਮੀਦਾਂ ਨਾਲ ਤੈਨੂੰ ਪਾਲਿਆ ਹੈ। ਅੱਜ ਅਚਾਨਕ ਮੈਨੂੰ ਅਤੇ ਸਭ ਕੁਝ ਛੱਡ ਕੇ ਤੂੰ ਜਾਣ ਦੇ ਲਈ ਕਹਿ ਰਿਹਾ। ਇਹ ਸਭ ਕੀ ਹੈ? ਹਾਂ ਮਾਂ, ਜਾ ਰਿਹਾ ਹਾਂ। ਕਿਉਂ? ਮੇਰਾ ਮਨ ਮੈਨੂੰ ਕੁਝ ਕਹਿ ਰਿਹਾ ਹੈ। ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮੈਨੂੰ ਜਾਣਾ ਹੀ ਪਵੇਗਾ। ਮਨ ਤੈਨੂੰ ਕੀ ਕਹਿ ਰਿਹਾ ਹੈ? ਤੂੰ ਆਪਣੇ ਮਨ ਦੀ ਗੱਲ ਸੁਣ ਕੇ ਸਾਨੂੰ ਛੱਡ ਕੇ ਜਾਣ ਦੇ ਲਈ ਕਹਿ ਰਿਹਾ ਹੈ। ਇਹ ਕੀ ਕਹਿ ਰਿਹਾ ਹੈ ਪੁੱਤਰ? ਇਹ ਸਮਝਣਾ ਤੁਹਾਨੂੰ ਮੁਸ਼ਕਿਲ ਹੋ ਰਿਹਾ ਹੋਵੇਗਾ। ਮੈਨੂੰ ਜਨਮ ਨਹੀਂ ਦਿੱਤਾ, ਫਿਰ ਵੀ ਤੁਸੀਂ ਬੜੇ ਪਿਆਰ ਨਾਲ ਮੈਨੂੰ ਪਾਲਿਆ, ਸਾਰੀਆਂ ਵਿਦਿਆਵਾਂ ਸਿਖਾਈਆਂ। ਮੈਂ ਇਹਦਾ ਕਰਜ਼ਦਾਰ ਹਾਂ। ਮੈਂ ਜਾ ਰਿਹਾ ਹਾਂ ਮਾਂ। ਇਹ ਕਹਿ ਕੇ ਜਦੋਂ ਉਹ ਰਾਜ ਭਵਨ ਦੇ ਵਿੱਚੋਂ ਬਾਹਰ ਆਇਆ ਹੋਵੇਗਾ, ਮਾਂ ਨੇ ਹੱਥ ਜੋੜੇ ਹੋਣਗੇ, ਬੜੀ ਰੋਈ ਹੋਵੇਗੀ। ਉਹ ਬਿਨਾਂ ਧਿਆਨ ਦਿੱਤੇ ਬਾਹਰ ਆ ਗਿਆ। ਪਿਆਰਿਓ, ਕੀ ਇਹ ਸੌਖਾ ਕਵਾਂਗੇ? ਉਹ ਇੱਕ ਵਪਾਰੀ ਸੀ, ਮਛਲੀਆਂ ਦਾ ਵਪਾਰੀ ਸੀ। ਉਹ ਆਪਣੀ ਰੀਤੀ ਅਨੁਸਾਰ ਮਛਲੀਆਂ ਫੜਨ ਦੇ ਲਈ ਸਮੁੰਦਰ ਦੇ ਕੋਲ ਆਇਆ। ਪਿਆਰਿਓ, ਉਹ ਇੱਕ ਕੁੰਡੀ ਲਿਜਾ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੰਡੀ ਲਗਾ ਕੇ ਇਸ ਤਰ੍ਹਾਂ ਮਛਲੀਆਂ ਫੜਨ ਵਾਲਾ ਉਹ ਵਿਅਕਤੀ ਨਹੀਂ ਸੀ। ਉਹ ਮਛਲੀਆਂ ਦਾ ਵਪਾਰੀ ਸੀ। ਉਹਦੇ ਕੋਲ ਕਿਸ਼ਤੀਆਂ ਸੀ। ਉਹਦੇ ਨਾਲ ਕੰਮ ਕਰਨ ਵਾਲੇ ਲੋਕ ਸੀ। ਉਹਦਾ ਪਿਤਾ ਮਛਲੀਆਂ ਦਾ ਵਪਾਰੀ ਸੀ। ਉਹਦਾ ਪਰਿਵਾਰ ਇੱਕ ਵਪਾਰੀ ਪਰਿਵਾਰ ਸੀ। ਉਸ ਦਿਨ ਉਸ ਵਿਅਕਤੀ ਨੇ ਸਾਰੀ ਰਾਤ ਮੱਛੀਆਂ ਫੜੀਆਂ, ਪਰ ਇੱਕ ਵੀ ਮੱਛੀ ਫੜ ਨਹੀਂ ਪਾਇਆ। ਤੜਕੇ ਜਦੋਂ ਉਹ ਆਪਣੇ ਜਾਲ ਧੋ ਰਿਹਾ ਸੀ ਤਾਂ ਅਚਾਨਕ ਇੱਕ ਆਵਾਜ਼ ਆਈ, ਮੇਰੇ ਪਿੱਛੇ ਆ ਜਾ, ਮੇਰੇ ਪਿੱਛੇ ਆ ਜਾ। ਇਸ ਆਵਾਜ਼ ਨੂੰ ਸੁਣਦੇ ਹੀ ਉਸ ਨੇ ਬੇੜੀ ਛੱਡ ਦਿੱਤੀ ਅਤੇ ਜਾਲ ਵੀ ਛੱਡ ਦਿੱਤੇ। ਹੋ ਸਕਦਾ ਉਸ ਰਾਤ ਘਰੇ ਗਏ ਹੋਣਗੇ।
ਪਿਤਾ ਜੀ, ਤੁਹਾਨੂੰ ਇੱਕ ਗੱਲ ਕਹਿਣੀ ਆ। ਕੀ ਹੈ ਬੇਟੇ? ਅੱਜ ਤੋਂ ਮੈਂ ਮੱਛੀਆਂ ਦਾ ਵਪਾਰ ਨਹੀਂ ਕਰਾਂਗਾ। ਕਿਉਂ, ਕੀ ਹੋਇਆ? ਮੈਨੂੰ ਇੱਕ ਆਵਾਜ਼ ਆਈ ਹੈ, ਮੇਰੇ ਪਿੱਛੇ ਆ ਜਾ। ਪ੍ਰਭੂ ਨੇ ਮੈਨੂੰ ਕਿਹਾ ਹੈ। ਮੈਂ ਪ੍ਰਭੂ ਦੇ ਪਿੱਛੇ ਚੱਲਣਾ ਚਾਹੁੰਦਾ ਹਾਂ। ਕੀ ਕਹਿ ਰਿਹਾ ਹੈ? ਪ੍ਰਭੂ ਨੇ ਕਿਹਾ ਹੈ ਮੇਰੇ ਪਿੱਛੇ ਆ ਜਾ। ਹਾਂ ਪਿਤਾ ਜੀ, ਮੇਰੇ ਪਿੱਛੇ ਆ ਜਾ। ਇਸ ਤਰ੍ਹਾਂ ਕਿਹਾ ਹੈ। ਉਸ ਵਿਅਕਤੀ ਨੂੰ ਕਦੀ ਵੇਖਿਆ ਹੈ? ਨਹੀਂ ਪਿਤਾ ਜੀ, ਕਦੇ ਨਹੀਂ ਵੇਖਿਆ। ਉਸ ਵਿਅਕਤੀ ਬਾਰੇ ਕਦੀ ਸੁਣਿਆ? ਨਹੀਂ ਸੁਣਿਆ। ਉਸ ਵਿਅਕਤੀ ਬਾਰੇ ਤੂੰ ਕੁਝ ਜਾਣਦਾ ਹੈ? ਨਹੀਂ ਜਾਣਦਾ ਹਾਂ। ਜਿਹਨੂੰ ਜਾਣਦਾ ਨਹੀਂ ਹੈ, ਅਗਰ ਉਸਨੇ ਕਿਹਾ ਪਿੱਛੇ ਆ ਜਾ, ਉਹਦੇ ਪਿੱਛੇ ਜਾ ਰਿਹਾ ਹੈ ਤੂੰ। ਫਿਰ ਸਾਡੇ ਘਰ ਦਾ ਕੀ ਹੋਏਗਾ? ਕਾਰੋਬਾਰ ਦਾ ਕੀ ਹੋਏਗਾ? ਵਪਾਰ ਦਾ ਕੀ ਹੋਵੇਗਾ? ਇਹਨਾਂ ਸਵਾਲਾਂ ਦਾ ਉੱਤਰ ਮੇਰੇ ਕੋਲ ਨਹੀਂ ਆ ਪਿਤਾ ਜੀ। ਮੈਂ ਸਿਰਫ ਇਸੇ ਗੱਲ ਨੂੰ ਸਮਝਿਆ ਹੈ, ਉਹਦੀ ਆਗਿਆਕਾਰਿਤਾ ਵਿੱਚ ਚੱਲਣਾ ਹੈ। ਇੰਨਾ ਹੀ ਪਿਆਰਿਓ, ਉਸ ਬੁਲਾਹਟ ਨੂੰ ਸਮਝ ਕੇ ਉਸਨੇ ਉਹਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ। ਪਰਮੇਸ਼ਵਰ ਕਿਹਨੂੰ ਇਸਤੇਮਾਲ ਕਰਦਾ ਹੈ? ਆਗਿਆਕਾਰੀ ਨੂੰ। ਬਿਨਾਂ ਸਵਾਲ ਕੀਤੇ, ਦੇਰੀ ਕੀਤੇ ਬਿਨਾਂ ਆਗਿਆਕਾਰੀ ਵਿਅਕਤੀ ਨੂੰ ਪਰਮੇਸ਼ਵਰ ਇਸਤੇਮਾਲ ਕਰਦਾ ਹੈ। ਅਚਾਨਕ ਇੱਕ ਆਵਾਜ਼ ਨੂੰ ਸੁਣਿਆ। ਅਬਰਾਹਮ ਆਪਣੇ ਪਿਤਾ ਦੇ ਘਰੋਂ, ਆਪਣੇ ਦੇਸ਼ ਵਿੱਚੋਂ, ਆਪਣੇ ਰਿਸ਼ਤੇਦਾਰ ਅਤੇ ਆਪਣੇ ਲੋਕਾਂ ਦੇ ਵਿੱਚੋਂ, ਜਿਹੜਾ ਦੇਸ਼ ਮੈਂ ਵਿਖਾਵਾਂਗਾ ਉੱਥੇ ਜਾ। ਮੈਂ ਤੈਨੂੰ ਆਸ਼ੀਸ਼ ਦੇਵਾਂਗਾ, ਦੇਸ਼ ਤੈਨੂੰ ਵਿਖਾਵਾਂਗਾ, ਘਰਾਣੇ ਨੂੰ ਵਧਾਵਾਂਗਾ। ਇਸ ਆਵਾਜ਼ ਨੂੰ ਪਰਮੇਸ਼ਵਰ ਨੇ ਜਦੋਂ ਕਿਹਾ ਅਬਰਾਹਮ, ਪਿਤਾ ਨੂੰ ਉਸਨੇ ਕਿਹਾ, ਪਹਿਲਾਂ ਕਦੀ ਪਰਮੇਸ਼ਵਰ ਨੂੰ ਨਹੀਂ ਜਾਣਦਾ ਸੀ। ਇਸ ਤੋਂ ਪਹਿਲਾਂ ਕਦੇ ਉਸ ਪਰਮੇਸ਼ਵਰ ਦੀ ਆਵਾਜ਼ ਨਹੀਂ ਸੁਣੀ ਸੀ। ਤੂੰ ਆਪਣੇ ਪਿਤਾ ਦੇ ਘਰ ਨੂੰ, ਆਪਣੇ ਘਰ ਨੂੰ, ਆਪਣੇ ਦੇਸ਼ ਨੂੰ ਅਤੇ ਸਭ ਕੁਝ ਛੱਡ ਕੇ, ਮਾਂ-ਬਾਪ ਨੂੰ ਛੱਡ ਕੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਕੇ ਕੀ ਜਾਣਾ ਆਸਾਨ ਕਵਾਂਗੇ? ਔਖਾ ਹੈ। ਲੇਕਿਨ ਅਬਰਾਹਮ ਆਗਿਆਕਾਰੀ ਬਣਿਆ। ਪਰਮੇਸ਼ਵਰ ਦੇ ਬੁਲਾਉਣ ਤੇ ਆਗਿਆਕਾਰੀ, ਪਰਮੇਸ਼ਵਰ ਦੇ ਬੁਲਾਉਣ ਤੇ ਸਭ ਕੁਝ ਛੱਡ ਕੇ ਜਾਣਾ, ਇਹ ਆਗਿਆਕਾਰਿਤਾ ਹੈ। ਪਿਆਰਿਓ, ਮੂਸਾ 40 ਸਾਲ ਫਿਰੌਨ ਦੇ ਪੋਤੇ ਦੇ ਰੂਪ 'ਚ ਉਹ ਚੱਲਦਾ ਰਿਹਾ। ਉਸ ਰਾਜ ਭਵਨ ਵਿੱਚ ਫਿਰੌਨ ਦਾ ਪੋਤਾ ਹੋ ਕੇ ਬੜੇ ਲਾਡਾਂ ਨਾਲ ਪਲਿਆ। ਇੰਨਾ ਹੀ ਨਹੀਂ ਪਿਆਰਿਓ, ਮਿਸਰ ਦੀ ਸਾਰੀ ਹੀ ਵਿੱਦਿਆ ਨੂੰ ਉਸਨੇ ਸਿੱਖਿਆ, ਕਿਉਂਕਿ ਫਿਰੌਨ ਦਾ ਕੋਈ ਪੁੱਤਰ ਨਹੀਂ ਸੀ, ਇੱਕ ਹੀ ਬੇਟੀ ਸੀ ਅਤੇ ਬੇਟੀ ਦੇ ਸੰਤਾਨ ਨਹੀਂ ਸੀ। ਇਸੇ ਲਈ ਉਸਨੇ ਮੂਸਾ ਨੂੰ ਪਾਲਿਆ। ਆਉਣ ਵਾਲੇ ਸਮੇਂ ਵਿੱਚ ਮੂਸਾ ਨੇ ਇੱਕ ਸਮਰਾਟ ਬਣਨਾ ਸੀ, ਮਿਸਰ ਦੇ ਉੱਤੇ ਰਾਜ ਕਰਨ ਦੇ ਲਈ। ਪਿਆਰਿਓ, ਉਹਦੇ ਕੋਲ ਇੱਕ ਚੰਗਾ ਮੌਕਾ ਸੀ, ਲੇਕਿਨ ਇੱਕ ਦਿਨ ਅਚਾਨਕ ਪਤਾ ਨਹੀਂ ਕੀ ਹੋਇਆ, ਉਸ ਰਾਜ ਕਰਨ ਵਾਲੇ ਮੌਕੇ ਲਈ, ਰਾਜ ਭਵਨ 'ਚ ਰਹਿਣ ਵਾਲੇ ਮੌਕੇ ਨੂੰ, ਇਹ ਸਾਰੇ ਸੁਖੀ ਜੀਵਨ ਨੂੰ ਛੱਡ ਕੇ ਉਹਦੇ ਲੋਕ ਗੁਲਾਮੀ 'ਚ ਜੀਵਨ ਜੀ ਰਹੇ ਸੀ, ਉਹਨਾਂ ਨੂੰ ਛੁਡਾਉਣਾ ਹੈ। ਇਹ ਸੋਚ ਕੇ ਸਭ ਕੁਝ ਛੱਡ ਕੇ ਆ ਗਿਆ। ਕੀ ਆਸਾਨ ਹੈ ਕਵਾਂਗੇ? ਉਹਦੇ ਮਨ ਦੀ ਇੱਕ ਮਜ਼ਬੂਤ ਇੱਛਾ, ਮੈਨੂੰ ਇਹ ਸੁਖ ਵਿਲਾਸ ਵਾਲਾ ਜੀਵਨ ਨਹੀਂ ਚਾਹੀਦਾ। ਕੁਝ ਸਮੇਂ ਦੇ ਪਾਪ ਦੇ ਆਨੰਦ ਨੂੰ ਮਾਣਨ ਤੇ ਵੀ ਮਸੀਹ ਦੇ ਲਈ ਦੁੱਖ ਸਹਿਣਾ ਉੱਤਮ ਹੈ, ਇਹ ਸਮਝ ਕੇ ਫਿਰੌਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਚੰਗਾ ਹੈ ਮਸੀਹ ਦੀ ਸੰਤਾਨ ਹੋ ਕੇ ਚੱਲਣ ਦਾ ਮੂਸਾ ਨੇ ਫੈਸਲਾ ਕਰ ਲਿਆ। ਆਗਿਆਕਾਰਿਤਾ ਪਿਆਰਿਓ, ਪਤਰਸ, ਅੰਦਰਿਆਸ ਮਛੁਆਰੇ ਸੀ। ਇਹਨਾਂ ਕੋਲ ਬੇੜੀਆਂ ਸੀ ਅਤੇ ਨੌਕਰ ਵੀ ਸੀ। ਸਮੁੰਦਰ ਦੇ ਕਿਨਾਰੇ ਜਦੋਂ ਉਹ ਜਾਲ ਸਾਫ਼ ਕਰ ਰਹੇ ਸੀ ਤਾਂ ਉਸ ਸਮੇਂ ਯੀਸ਼ੂ ਨੇ ਪਤਰਸ ਅਤੇ ਅੰਦਰਿਆਸ ਨੂੰ ਵੇਖ ਕੇ ਕਿਹਾ, ਮੇਰੇ ਪਿੱਛੇ ਆ ਜਾਓ, ਇਨਸਾਨਾਂ ਨੂੰ ਫੜਨ ਵਾਲੇ ਮਛੁਆਰੇ ਬਣਾਵਾਂਗਾ। ਬਸ ਇੰਨਾ ਹੀ ਪਿਆਰਿਓ, ਮੇਰੇ ਪਿੱਛੇ ਆ ਜਾਓ, ਬਸ ਇੰਨਾ ਕਿਹਾ ਪਿਆਰਿਓ। ਪਤਰਸ ਤੇ ਅੰਦਰਿਆਸ ਨੇ ਬੇੜੀ ਵੀ ਛੱਡ ਦਿੱਤੀ ਅਤੇ ਜਾਲ ਵੀ ਛੱਡ ਦਿੱਤੇ, ਵਪਾਰ ਵੀ ਛੱਡ ਦਿੱਤਾ, ਯੀਸ਼ੂ ਦੇ ਪਿੱਛੇ ਚੱਲ ਪਏ। ਕੀ ਆਸਾਨ ਹੈ? ਅੱਜ ਇਸ ਵਚਨ ਨੂੰ ਸੁਣਨ ਵਾਲੇ ਹਰ ਇੱਕ ਵਿੱਚੋਂ ਪਰਮੇਸ਼ਵਰ ਕਿਸੇ ਨੂੰ ਵੀ ਕਵੇ, ਮੇਰੇ ਪਿੱਛੇ ਹੋ ਲਓ, ਤੁਹਾਨੂੰ ਮਹਾਨ ਸੇਵਕ ਬਣਾਵਾਂਗਾ। ਅਗਰ ਇਸ ਤਰ੍ਹਾਂ ਕਵੇ, ਤੁਹਾਡੇ ਚੋਂ ਕਿੰਨੇ ਨੌਕਰੀ ਛੱਡ ਸਕਦੇ ਆ? ਕਿੰਨੇ ਲੋਕ ਕਾਰੋਬਾਰ ਛੱਡ ਸਕਦੇ ਆ? ਭੈਣੋ ਤੇ ਭਰਾਵੋ, ਤੁਹਾਡੇ ਵਿੱਚੋਂ ਕਿੰਨੇ ਲੋਕ ਆ ਜੋ ਸਭ ਕੁਝ ਛੱਡ ਕੇ ਪ੍ਰਭੂ ਦੇ ਪਿੱਛੇ ਚੱਲਣਗੇ? ਇੱਕ ਵਾਰ ਸੋਚੋ, ਅੱਜ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਮੋਬਾਈਲ ਫੋਨ ਦੀ ਆਦਤ ਨੂੰ ਛੱਡ ਨਹੀਂ ਪਾ ਰਹੇ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਉਹ ਟੀਵੀ ਵੇਖਣ ਦੀ ਆਦਤ ਨੂੰ ਬਿਲਕੁਲ ਵੀ ਛੱਡ ਨਹੀਂ ਪਾ ਰਹੇ। ਉਹ ਸੀਰੀਅਲ ਵੇਖਣ ਦੇ ਆਦੀ ਹੋ ਚੁੱਕੇ ਆ।
ਤੁਹਾਡੇ ਜੀਵਨ ਦੇ ਵਿੱਚ ਤੁਸੀਂ ਜਿਹਦੇ ਆਦੀ ਹੋ ਚੁੱਕੇ ਹੋ, ਮੈਂ ਨਹੀਂ ਜਾਣਦਾ, ਇੱਕ ਵਾਰ ਸੋਚੋ। ਤੁਸੀਂ ਜਿਹਦੇ ਆਦੀ ਹੋ ਚੁੱਕੇ ਹੋ, ਜਿਹਦੇ ਗੁਲਾਮ ਹੋ ਚੁੱਕੇ ਹੋ ਅਤੇ ਜਿਸ ਨੂੰ ਤੁਸੀਂ ਛੱਡ ਨਹੀਂ ਪਾ ਰਹੇ, ਉਹਦੇ ਬਾਰੇ ਸੋਚੋ। ਜਦੋਂ ਪਰਮੇਸ਼ਵਰ ਨੇ ਇੱਕ ਦਿਨ ਬੁਲਾਇਆ, ਉਹ ਆਗਿਆਕਾਰੀ ਹੋਏ। ਚਾਹੇ ਅਬਰਾਹਮ ਹੋਵੇ ਜਾਂ ਮੂਸਾ ਹੋਵੇ, ਪਤਰਸ, ਯਹੂਨਾ, ਲੇਵੀ, ਇਹ ਸਾਰੇ ਹੀ ਤੁਰੰਤ ਪ੍ਰਭੂ ਦੇ ਪਿੱਛੇ ਚੱਲ ਪਏ, ਆਗਿਆਕਾਰੀ ਬਣ ਗਏ। ਅਧੀਨ ਹੋਣ ਦਾ ਗੁਣ, ਪਿੱਛੇ ਚੱਲਣ ਦਾ ਗੁਣ। ਐਰਿਕ ਵਾਈਨਮੇਅਰ ਨਾਮ ਦਾ ਇੱਕ ਵਿਅਕਤੀ ਸੀ। ਭੈਣੋ ਅਤੇ ਭਰਾਵੋ, ਅਪ੍ਰੈਲ 25 ਤਾਰੀਖ ਨੂੰ 2001 ਦੇ ਵਿੱਚ ਐਵਰੈਸਟ ਦੀ ਚੋਟੀ ਦੇ ਉੱਪਰ ਉਹ ਚੜ੍ਹੇ ਅਤੇ ਵਿਸ਼ਵ ਰਿਕਾਰਡ ਉਹਨਾਂ ਨੇ ਬਣਾਇਆ। ਐਵਰੈਸਟ ਦੀ ਚੋਟੀ ਤੇ ਚੜ੍ਹਨ ਵਾਲੇ ਲੋਕ, ਲਗਭਗ 90% ਲੋਕ ਇਹਨਾਂ ਵਿੱਚੋਂ ਫੇਲ ਹੋ ਜਾਂਦੇ ਆ। 90% ਲੋਕ ਚੜ੍ਹ ਨਹੀਂ ਪਾਉਂਦੇ ਅਤੇ ਵਿਚਾਲੇ ਹੀ ਰੁਕ ਜਾਂਦੇ ਆ। ਲਗਭਗ 163 ਲੋਕ ਐਵਰੈਸਟ ਦੀ ਚੋਟੀ ਤੇ ਚੜ੍ਹਦੇ ਸਮੇਂ ਹੀ ਮਰ ਗਏ। ਲੇਕਿਨ ਇਹ ਵਿਅਕਤੀ ਜਿੱਤ ਨੂੰ ਹਾਸਲ ਕਰ ਪਾਇਆ, ਐਵਰੈਸਟ ਦੀ ਚੋਟੀ ਤੇ ਚੜ੍ਹ ਪਾਇਆ। ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਵਿਸ਼ਵ ਰਿਕਾਰਡ ਇਸਨੇ ਕਾਇਮ ਕੀਤਾ। ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਆਵੇਗਾ ਕਿ ਐਵਰੈਸਟ ਦੀ ਚੋਟੀ ਤੇ ਬਹੁਤ ਸਾਰੇ ਲੋਕ ਚੜ੍ਹੇ ਆ, ਐਰਿਕ ਵਾਈਨਮੇਅਰ, ਇਹਦੀ ਖਾਸੀਅਤ ਕੀ ਆ? ਤੁਸੀਂ ਪੁੱਛ ਸਕਦੇ ਹੋ। ਬਹੁਤ ਸਾਰੇ ਲੋਕ ਐਵਰੈਸਟ ਦੀ ਚੋਟੀ ਤੇ ਚੜ੍ਹੇ ਆ, ਲੇਕਿਨ ਉਹ ਅੱਖਾਂ ਨਾਲ ਵੇਖਦੇ ਹੋਏ ਚੜ੍ਹੇ ਆ। ਇਹ ਐਰਿਕ ਨਾਮ ਦਾ ਵਿਅਕਤੀ ਅੰਨਾ ਵਿਅਕਤੀ ਸੀ। ਅੰਨਾ ਸੀ। ਵਿਸ਼ਵ ਦੇ ਇਤਿਹਾਸ ਦੇ ਵਿੱਚ ਅੰਨਾ ਵਿਅਕਤੀ ਹੋਣ ਦੇ ਬਾਵਜੂਦ ਵੀ ਕੇਵਲ ਇਕੱਲਾ ਹੀ ਇੱਕ ਮਾਤਰ ਇਹ ਐਰਿਕ ਵਾਈਨਮੇਅਰ ਹੈ। ਉਹਦਾ ਇੰਟਰਵਿਊ ਲੈਂਦੇ ਹੋਏ ਪੁੱਛਿਆ ਕਿ ਇਹ ਕਿਵੇਂ ਹੋ ਸਕਿਆ, ਤੂੰ ਅੰਨਾ ਹੋ ਕੇ ਵੀ ਐਵਰੈਸਟ ਦੀ ਚੋਟੀ ਦੇ ਉੱਪਰ ਚੜ੍ਹ ਗਿਆ, ਇਹ ਕਿਸ ਤਰ੍ਹਾਂ ਹੋਇਆ, ਇਹ ਔਖੇ ਕੰਮ ਨੂੰ ਆਸਾਨ ਕਿਸ ਤਰ੍ਹਾਂ ਕੀਤਾ? ਉਸਨੇ ਜਿਹੜਾ ਜਵਾਬ ਦਿੱਤਾ ਬਹੁਤ ਹੀ ਵਧੀਆ ਸੀ। ਆਮ ਤੌਰ ਤੇ ਜਦੋਂ ਐਵਰੈਸਟ ਤੇ ਚੜ੍ਹਦੇ ਆ, ਇੱਕ ਝੁੰਡ 'ਚ ਚੜ੍ਹਦੇ ਆ, ਇੱਕ ਟੀਮ ਬਣਾ ਕੇ ਚੜ੍ਹਦੇ ਆ, ਇੱਕ ਦੂਜੇ ਨੂੰ ਪ੍ਰੋਤਸਾਹਨ ਮਿਲਦਾ ਹੈ, ਇੱਕ ਦੂਜੇ ਦੀ ਰਾਖੀ ਹੁੰਦੀ ਹੈ, ਇਸ ਲਈ ਆਮ ਤੌਰ ਤੇ ਝੁੰਡ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਇਹ ਤਾਂ ਅੰਨਾ ਸੀ। ਫਿਰ ਉਸਨੇ ਦੱਸਿਆ, ਮੇਰੇ ਸਾਹਮਣੇ ਵਾਲੇ ਵਿਅਕਤੀ ਦੀ ਬੈਲਟ ਵਿੱਚ ਇੱਕ ਘੰਟੀ ਬੰਨੀ, ਰਿਕੁਐਸਟ ਕਰਕੇ ਇੱਕ ਘੰਟੀ ਬੰਨ੍ਹ ਦਿੱਤੀ। ਜਦੋਂ ਮੇਰੇ ਅੱਗੇ ਚੜ ਰਿਹਾ ਸੀ ਤਾਂ ਮੈਂ ਬੜੇ ਧਿਆਨ ਦੇ ਨਾਲ ਉਸ ਬੈਲ ਦੀ ਆਵਾਜ਼ ਨੂੰ ਸੁਣਦਾ ਸੀ। ਉਹ ਜਿਹੜੀ ਦਿਸ਼ਾ ਵੱਲ ਜਾਂਦਾ ਸੀ, ਮੈਂ ਵੀ ਉਹਦੇ ਪਿੱਛੇ ਹੀ ਚੱਲਦਾ ਹੋਇਆ ਉਸ ਬੈਲ ਦੀ ਆਵਾਜ਼ ਨੂੰ ਧਿਆਨ ਨਾਲ ਸੁਣਦੇ ਹੋਏ ਉਸੇ ਦਿਸ਼ਾ ਵੱਲ ਚੱਲਦਾ ਰਿਹਾ। ਉਹ ਬੈਲ ਦੀ ਆਵਾਜ਼ ਰੁਕ ਜਾਣ ਤੇ ਮੈਂ ਵੀ ਰੁਕ ਜਾਂਦਾ ਸੀ। ਇੰਨਾ ਹੀ ਨਹੀਂ, ਇੱਕ ਪਾਸੇ ਤਾਂ ਸਾਹਮਣਿਓਂ ਹੀ ਸੁਣਾਈ ਦੇਣ ਵਾਲੀ ਬੈਲ ਦੀ ਆਵਾਜ਼ ਨੂੰ ਅਤੇ ਪਿੱਛੇ ਪਾਸਿਓਂ ਆਉਣ ਵਾਲੇ ਹਦਾਇਤਾਂ ਨੂੰ, ਸਾਵਧਾਨ, ਸੱਜੇ ਪਾਸੇ ਨਾ ਜਾਇਓ। ਓਹੋ, ਚੌਕਸੀ ਦੇ ਨਾਲ ਖੱਬੇ ਪਾਸੇ ਮੈਂ ਪੈਰ ਨੂੰ ਵਧਾਇਆ ਨਹੀਂ, ਹੁਸ਼ਿਆਰ ਹੋ ਗਿਆ, ਸੱਜੇ ਪਾਸੇ ਖਾਈ ਹੈ, ਧਿਆਨ ਰੱਖਿਓ। ਇਸ ਤਰ੍ਹਾਂ ਜਦੋਂ ਉਹ ਪਿੱਛੋਂ ਕਹਿ ਰਹੇ ਸੀ, ਮੈਂ ਧਿਆਨ ਨਾਲ ਸੁਣ ਰਿਹਾ ਸੀ। ਸਾਹਮਣੇ ਵਾਲੇ ਦੀ ਘੰਟੀ ਦੀ ਆਵਾਜ਼ ਨੂੰ ਮੈਂ ਸੁਣਦੇ ਹੋਏ, ਆਗਿਆਕਾਰੀ ਹੋ ਕੇ ਪਿੱਛੇ ਦੀਆਂ ਸੂਚਨਾਵਾਂ ਨੂੰ ਸੁਣਦੇ ਹੋਏ ਆਗਿਆਕਾਰੀ ਦਿਖਾਈ। ਜਿੰਨਾ ਮੈਂ ਧਿਆਨ ਨਾਲ ਆਗਿਆਕਾਰੀ ਹੋਇਆ, ਓਨੀ ਹੀ ਸਮਝਦਾਰੀ ਨਾਲ ਮੈਂ ਇਸ ਸਿਖਰ ਦੀ ਚੋਟੀ ਤੇ ਪਹੁੰਚ ਸਕਿਆ। ਇਹ ਕਿਸ ਤਰ੍ਹਾਂ ਹੋ ਪਾਇਆ? ਇੱਕ ਔਖੇ ਕੰਮ ਨੂੰ ਆਸਾਨੀ ਦੇ ਵਿੱਚ ਬਦਲ ਦਿੱਤਾ। ਜਦੋਂ ਇਹ ਸਵਾਲ ਪੁੱਛਿਆ, ਆਗਿਆਕਾਰੀਤਾ। ਮੇਰੇ ਭੈਣੋ ਤੇ ਭਰਾਓ, ਪਰਮੇਸ਼ਵਰ ਵੀ ਤੁਹਾਡੇ ਜੀਵਨ ਦੇ ਵਿੱਚ ਅਸੰਭਵ ਨੂੰ ਸੰਭਵ ਕਰਨਾ ਚਾਹੁੰਦਾ ਹੈ। ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦਾ ਹੈ, ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ, ਤੁਹਾਨੂੰ ਵਧਾਉਣਾ ਚਾਹੁੰਦਾ ਹੈ, ਤੁਹਾਨੂੰ ਉੱਚਾ ਕਰਨਾ ਚਾਹੁੰਦਾ ਹੈ। ਇਸ ਲਈ ਤੁਸੀਂ ਕੀ ਕਰਨਾ ਹੈ? ਆਗਿਆਕਾਰੀ ਬਣਨਾ ਹੈ। ਅਬਰਾਹਮ ਨੂੰ ਪਰਮੇਸ਼ਵਰ ਨੇ ਬਹੁਤ ਆਸ਼ੀਸ਼ ਦਿੱਤੀ। ਇਹਦਾ ਕਾਰਨ ਕੀ ਸੀ? ਉਹ ਆਗਿਆਕਾਰੀ ਬਣਿਆ। ਮੂਸਾ ਨੂੰ ਪਰਮੇਸ਼ਵਰ ਨੇ ਬਹੁਤ ਆਸ਼ੀਸ਼ ਦਿੱਤੀ, ਇਸਤੇਮਾਲ ਕੀਤਾ, ਕਾਰਨ ਕੀ? ਆਗਿਆਕਾਰੀ। ਪਤਰਸ ਨੂੰ ਰਸੂਲ ਬਣਾ ਕੇ ਇਸਤੇਮਾਲ ਕੀਤਾ, ਕਾਰਨ ਕੀ? ਆਗਿਆਕਾਰੀ। ਜਿਹੜੇ ਪਰਮੇਸ਼ਵਰ ਦੇ ਆਗਿਆਕਾਰੀ ਹੋਣਗੇ, ਉਹਨਾਂ ਨੂੰ ਪਰਮੇਸ਼ਵਰ ਇਸਤੇਮਾਲ ਕਰੇਗਾ। ਕਈ ਵਾਰ ਅਸੀਂ ਅਨਾਗਿਆਕਾਰੀਤਾ ਕਰਕੇ, ਸਹੀ ਵਿਵਹਾਰ ਨਾ ਕਰਦੇ ਹੋਏ ਪਰੇਸ਼ਾਨ ਕਰਦੇ ਆ, ਤੇ ਕਈ ਵਾਰ ਸਾਡੇ ਬੱਚੇ ਸਾਡੀ ਗੱਲ ਨਹੀਂ ਸੁਣਦੇ, ਪਰੇਸ਼ਾਨ ਕਰ ਦਿੰਦੇ ਆ, ਤੰਗ ਕਰ ਦਿੰਦੇ ਆ, ਗੁੱਸਾ ਚੜਾ ਦਿੰਦੇ ਆ। ਇੱਕ ਛੋਟੀ ਬੱਚੀ ਪਿੱਛੇ ਵਾਲੀ ਸੀਟ ਤੇ ਬੈਠੀ ਸੀ। ਇਸ ਤਰ੍ਹਾਂ ਪਿੱਛੇ ਦੀ ਸੀਟ ਤੇ ਜਦੋਂ ਬੈਠੀ ਸੀ, ਉਹਦੀ ਮਾਂ ਕਾਰ ਚਲਾ ਰਹੀ ਸੀ।
ਮਾਂ ਡਰ ਰਹੀ ਸੀ ਕਿ ਅਗਰ ਸਪੀਡ ਬ੍ਰੇਕਰ ਆਇਆ, ਜੇ ਬ੍ਰੇਕ ਲਾਈ ਤਾਂ ਉਹ ਅੱਗੇ ਆ ਜਾਏਗੀ। ਇਸ ਲਈ ਪਿੱਛੇ ਦੀ ਸੀਟ ਤੇ ਖੜੀ ਹੋਈ ਲੜਕੀ ਨੂੰ ਵੇਖ ਕੇ ਕਿਹਾ, ਬੈਠ ਜਾ। ਇਸ ਤਰ੍ਹਾਂ ਸਖਤਾਈ ਨਾਲ ਕਿਹਾ, ਪਰ ਉਹ ਨਹੀਂ ਬੈਠੀ। ਥੋੜੀ ਦੂਰ ਅੱਗੇ ਜਾਣ ਤੋਂ ਬਾਅਦ ਮਾਂ ਫਿਰ ਤੋਂ ਪਿੱਛੇ ਦੇਖਣ ਲੱਗੀ, ਬੇਟੀ ਬੈਠ ਜਾ, ਬੇਟੀ ਬੈਠ ਜਾ। ਨਹੀਂ ਬੈਠੀ। ਗੁੱਸੇ 'ਚ ਮਾਂ ਨੇ ਉੱਤਰ ਕੇ, ਚੁੰਡੀ ਬਾਰੇ ਜਾਣਦੇ ਹੋ ਨਾ, ਚੁੰਡੀ ਵੱਡੀ, ਚਾਬੀ ਕਮਾ ਦਿੱਤੀ। ਉਹ ਚੁੱਪਚਾਪ ਬੈਠ ਗਈ। ਫਿਰ ਉਸ ਦੀ ਮਾਂ ਕਾਰ ਚਲਾਉਂਦੇ ਹੋ ਜਦੋਂ ਸ਼ੀਸ਼ੇ ਦੇ ਵਿੱਚ ਵੇਖ ਰਹੀ ਸੀ ਤਾਂ ਉਹ ਕੁੜੀ ਆਰਾਮ ਨਾਲ ਬੈਠੀ ਸੀ ਅਤੇ ਮਾਂ ਨੇ ਕਿਹਾ, ਚਾਬੀ ਦੇਣ ਤੋਂ ਪਹਿਲਾਂ ਹੀ ਤੈਨੂੰ ਬੈਠ ਜਾਣਾ ਚਾਹੀਦਾ ਸੀ ਨਾ। ਫਿਰ ਬੇਟੀ ਨੇ ਕਿਹਾ ਕਿ ਬੈਠ ਗਈ ਹੂੰ, ਇਸ ਤਰ੍ਹਾਂ ਸੋਚ ਰਹੇ ਹੋ, ਬੈਠੇ ਹੋ ਨਾ। ਮੈਂ ਕੇਵਲ ਸਰੀਰਕ ਤੌਰ ਤੇ ਬੈਠੀ ਹਾਂ, ਮੈਂ ਅੰਦਰੋਂ ਨਹੀਂ ਬੈਠੀ ਹਾਂ। ਕਿੱਥੇ ਨਹੀਂ ਬੈਠੀ? ਮਨ ਤੋਂ ਤਾਂ ਮੈਂ ਬੈਠੀ ਨਹੀਂ ਹਾਂ, ਚੁੰਡੀ ਵੱਡੀ ਹੈ ਇਸ ਲਈ ਮੈਂ ਚੁੱਪਚਾਪ ਤਾਂ ਬੈਠ ਗਈ ਹਾਂ, ਪਰ ਮੈਂ ਅੰਦਰੋਂ ਨਹੀਂ ਬੈਠੀ ਹਾਂ ਮੰਮੀ, ਮੈਂ ਅੰਦਰੋਂ ਨਹੀਂ ਬੈਠੀ ਹਾਂ। ਯੈਸ, ਸਾਡੇ ਵਿੱਚ ਬਹੁਤ ਸਾਰੇ ਲੋਕ ਬੇਚਾਰੇ ਅੰਦਰੋਂ ਨਹੀਂ ਬੈਠਦੇ। ਅੰਦਰੋਂ ਉਹ ਆਗਿਆਕਾਰੀ ਨਹੀਂ ਹੁੰਦੇ, ਅੰਦਰ ਉਹਨਾਂ ਦੇ ਦੀਨਤਾ ਨਹੀਂ ਹੁੰਦੀ। ਇਹ ਸਭ ਉੱਪਰੋਂ ਹੀ ਹੁੰਦਾ ਹੈ। ਸੁਣੋ, ਨਾਟਕ ਕਰਨ ਵਾਲਿਆਂ ਨੂੰ ਪਰਮੇਸ਼ਵਰ ਕਦੇ ਵੀ ਆਸ਼ੀਸ਼ ਨਹੀਂ ਦਿੰਦਾ। ਪਰਮੇਸ਼ਵਰ ਨੂੰ ਆਗਿਆਕਾਰੀ ਲੋਕ ਚਾਹੀਦੇ ਆ। ਪਰਮੇਸ਼ਵਰ ਆਸ਼ੀਸ਼ ਦਿੰਦਾ, ਇਸਤੇਮਾਲ ਕਰਦਾ, ਉੱਚਾ ਕਰਦਾ ਹੈ। ਆਗਿਆਕਾਰੀ ਗੁਣ ਜਿਨ੍ਹਾਂ ਦੇ ਵਿੱਚ ਹੈ, ਪਰਮੇਸ਼ਵਰ ਉਹਨਾਂ ਨੂੰ ਹੀ ਉੱਚਾ ਕਰਦਾ ਹੈ। ਇਸ ਗੱਲ ਨੂੰ ਯਾਦ ਰੱਖੋ। ਇੱਕ ਪਹਾੜੀ ਇਲਾਕਾ ਸੀ। ਉਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਬਰਫ਼ਬਾਰੀ ਪੈਂਦੀ ਸੀ। ਕਈ ਵਾਰ ਕੁਝ ਲੋਕਾਂ ਨੂੰ ਐਸੀਆਂ ਜਗ੍ਹਾਵਾਂ ਤੇ ਜਾਣਾ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਪਿਤਾ ਪੁੱਤਰ ਉਸ ਇਲਾਕੇ ਵਿੱਚ ਘੁੰਮਣ ਦੇ ਲਈ ਯੋਜਨਾ ਬਣਾ ਕੇ ਉਸ ਜਗ੍ਹਾ ਤੇ ਚਲੇ ਗਏ। ਸਵੇਰ ਹੋਟਲ ਤੋਂ ਬਾਹਰ ਆਏ। ਉਸ ਪਹਾੜੀ ਇਲਾਕੇ ਵਿੱਚ ਇੱਕ ਤੰਗ ਜਿਹਾ ਰਸਤਾ ਸੀ। ਉੱਥੋਂ ਨਿਕਲਦੇ ਸਮੇਂ ਪਿਤਾ, ਬੇਟੇ ਆਪਣਾ ਹੱਥ ਮੈਨੂੰ ਦੇ, ਮੈਂ ਫੜਾਂਗਾ, ਇਹ ਕਿਹਾ। ਪੁੱਤਰ ਪਿਤਾ ਦੇ ਚਿਹਰੇ ਨੂੰ ਵੇਖ ਕੇ ਕਹਿੰਦਾ, ਲੋੜ ਨਹੀਂ ਪਿਤਾ ਜੀ, ਮੈਂ ਚੱਲ ਸਕਦਾ ਹਾਂ। ਕਿਹਾ, ਪਤਾ ਨਹੀਂ ਕੁਝ ਲੋਕ ਬੜੇ ਢੀਠ ਹੁੰਦੇ ਆ। ਲੋੜ ਨਹੀਂ ਪਿਤਾ ਜੀ, ਮੈਂ ਚੱਲ ਸਕਦਾ ਹਾਂ। ਠੀਕ ਹੈ। ਪਿਤਾ ਅੱਗੇ ਚੱਲਦਾ ਹੋਇਆ ਜਾ ਰਿਹਾ ਹੈ, ਬੇਟਾ ਵੀ ਪਿੱਛੇ ਚੱਲਦਾ ਹੋਇਆ ਜਾ ਰਿਹਾ। ਅਚਾਨਕ ਪੈਰ ਫਿਸਲ ਗਿਆ ਅਤੇ ਅੱਗੇ ਪਾਸੇ ਡਿੱਗ ਪਿਆ। ਇਸ ਤਰ੍ਹਾਂ ਅੱਗੇ ਡਿੱਗਣ ਤੇ ਗੋਡੇ ਛਿੱਲੇ ਗਏ। ਤੁਸੀਂ ਜਾਣਦੇ ਹੋ ਨਾ ਕੀ ਹੁੰਦਾ, ਛਿੱਲੇ ਗਏ। ਉਸ ਨੂੰ ਸਮਝ ਆ ਗਿਆ। ਪਿਤਾ ਜੀ ਨੇ ਹੱਥ ਫੜਾਉਣ ਦੇ ਲਈ ਕਿਹਾ, ਅਗਰ ਫੜਾ ਦਿੰਦਾ ਤਾਂ ਚੰਗਾ ਹੁੰਦਾ। ਚਲੋ ਠੀਕ ਹੈ। ਪਿਤਾ ਜੀ ਆਪਣਾ ਹੱਥ ਦੋ, ਮੈਂ ਫੜਾਂਗਾ, ਕਹਿਣ ਲੱਗਾ। ਪਿਤਾ ਜੀ ਨੇ ਹੱਥ ਦਿੱਤਾ। ਪਹਿਲਾਂ ਕੀ ਕਹਿੰਦਾ, ਮੈਂ ਹੱਥ ਨਹੀਂ ਵਧਾਵਾਂਗਾ। ਸੱਟ ਲੱਗਣ ਤੋਂ ਬਾਅਦ ਕੀ ਕਰ ਰਿਹਾ ਹੈ, ਪਿਤਾ ਜੀ ਹੱਥ ਦੋ, ਫੜਾਂਗਾ। ਠੀਕ ਹੈ, ਪਿਤਾ ਜੀ ਨੇ ਹੱਥ ਦਿੱਤਾ, ਉਸਨੇ ਫੜ ਲਿਆ। ਫਿਰ ਤੋਂ ਅੱਗੇ ਚੱਲਦੇ ਹੋਏ ਜਾਂਦੇ ਹੋਏ ਉਸਦਾ ਪੈਰ ਫਿਸਲ ਗਿਆ। ਉਸਨੇ ਆਪਣੇ ਹੱਥ ਨਾਲ ਪਿਤਾ ਜੀ ਦੇ ਹੱਥ ਨੂੰ ਫੜਿਆ ਸੀ, ਇਸ ਲਈ ਉਹਦਾ ਸਰੀਰ ਭਾਰੀ ਸੀ। ਉਹਦੇ ਹੱਥ ਦੀ ਤਾਕਤ ਨਾਲ ਹੱਥ ਛੱਡਿਆ ਗਿਆ ਅਤੇ ਉਹ ਅੱਗੇ ਪਾਸੇ ਡਿੱਗ ਪਿਆ। ਜਿੱਥੇ ਪਹਿਲਾਂ ਸੱਟ ਲੱਗੀ ਸੀ ਉੱਥੇ ਹੀ ਸੱਟ ਲੱਗ ਪਈ। ਫਿਰ ਉਹ ਉੱਠ ਕੇ ਕਹਿਣ ਲੱਗਾ, ਪਿਤਾ ਜੀ ਆ ਫੜੋ, ਮੇਰਾ ਹੱਥ ਫੜੋ। ਕਿਉਂ ਬੇਟੇ, ਤੂੰ ਮੇਰਾ ਹੱਥ ਫੜ ਸਕਦਾ ਸੀ ਨਾ ਜਿਵੇਂ ਪਹਿਲਾਂ ਫੜਿਆ ਸੀ। ਨਹੀਂ ਡੈਡੀ। ਕਿਉਂ, ਕਾਦੇ ਲਈ? ਜੇ ਮੈਂ ਤੁਹਾਡਾ ਹੱਥ ਫੜਾਂਗਾ ਫਿਸਲਾਂਗਾ, ਮੇਰਾ ਹੱਥ ਕਮਜ਼ੋਰ ਹੈ, ਇਸ ਲਈ ਛੱਡਿਆ ਜਾਏਗਾ, ਮੈਂ ਡਿੱਗ ਪਵਾਂਗਾ। ਜੇ ਮੇਰਾ ਹੱਥ ਤੁਸੀਂ ਫੜੋਗੇ ਤਾਂ ਮੇਰਾ ਪੂਰਾ ਸਰੀਰ ਫਿਸਲਣ ਤੇ ਵੀ ਤੁਹਾਡਾ ਹੱਥ ਤਾਕਤਵਰ ਹੈ, ਇਸ ਲਈ ਮੈਂ ਬਿਲਕੁਲ ਵੀ ਨਹੀਂ ਡਿੱਗ ਪਾਵਾਂਗਾ ਪਿਤਾ ਜੀ। ਇਸ ਲਈ ਮੇਰੇ ਹੱਥ ਨੂੰ ਤੁਸੀਂ ਹੀ ਫੜੋ ਪਿਤਾ ਜੀ। ਫਿਰ ਉਸਦੇ ਪਿਤਾ ਜੀ ਨੇ ਕਿਹਾ, ਇਹ ਗੱਲ ਤਾਂ ਮੈਂ ਪਹਿਲਾਂ ਹੀ ਕਹੀ ਸੀ। ਸੁਣਿਆ ਨਹੀਂ ਨਾ? ਹਾਂ, ਨਹੀਂ ਸੁਣਿਆ, ਹੁਣ ਸਮਝ ਆ ਗਿਆ। ਪਿਤਾ ਨੇ ਕੀ ਕਿਹਾ ਸੀ, ਬੇਟੇ ਆਪਣਾ ਹੱਥ ਦੇ, ਮੈਂ ਫੜਾਂਗਾ। ਕਿਉਂ, ਮੈਂ ਚੱਲ ਨਹੀਂ ਸਕਦਾ, ਮੈਂ ਚੱਲਾਂਗਾ। ਅਨਾਗਿਆਕਾਰੀਤਾ। ਪਿਤਾ ਦੀ ਆਗਿਆ ਨਾ ਮੰਨਣ ਤੇ ਉਸ ਨੂੰ ਜ਼ਖਮੀ ਹੋਣਾ ਪਿਆ। ਪਿਆਰਿਓ, ਅੱਜ ਸਾਡੇ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਗਲਤੀਆਂ ਕਾਰਨ ਸੱਟ ਖਾ ਰਹੇ ਆ। ਜ਼ਖਮ ਤੇ ਜ਼ਖਮ, ਸੱਟ ਤੇ ਸੱਟ, ਕਰਜ਼ੇ ਤੇ ਕਰਜ਼ਾ, ਸ਼ਰਮਿੰਦਗੀ ਦੇ ਉੱਪਰ ਸ਼ਰਮਿੰਦਗੀ, ਅਸਫਲਤਾ ਤੋਂ ਬਾਅਦ ਅਸਫਲਤਾ ਕਾਰਨ ਜਾਣਦੇ ਹੋ ਪਿਆਰਿਓ। ਪਰਮੇਸ਼ਵਰ ਦੀ ਗੱਲ ਨਾ ਸੁਣਨਾ, ਘਮੰਡ ਦਾ ਵਿਵਹਾਰ ਕਰਨਾ, ਆਪਣੀ ਮਰਜ਼ੀ ਕਰਨੀ,
ਆਪਣੇ ਫੈਸਲੇ ਕਰਨੇ, ਮਨ ਮਰਜ਼ੀ ਨਾਲ ਵਿਵਹਾਰ ਕਰਨਾ। ਗੋਡਿਆਂ ਤੇ ਚੰਗੀ ਤਰ੍ਹਾਂ ਸੱਟ ਲੱਗਣ ਤੱਕ ਉਸ ਲੜਕੇ ਨੂੰ ਸਮਝ ਨਹੀਂ ਆਈ। ਪਹਿਲਾਂ ਕੀ ਕਹਿੰਦਾ, ਪਿਤਾ ਜੀ ਮੈਨੂੰ ਲੋੜ ਨਹੀਂ ਹੈ, ਮੈਂ ਚੱਲ ਸਕਦਾ ਹਾਂ। ਕਮੰਡ। ਸੱਟ ਖਾਣ ਤੋਂ ਬਾਅਦ ਪਿਤਾ ਜੀ ਆਪਣਾ ਹੱਥ ਵਧਾਓ, ਮੈਂ ਫੜਾਂਗਾ। ਕਮੰਡ। ਚੰਗੀ ਤਰ੍ਹਾਂ ਜਦੋਂ ਦੋਨੇ ਗੋਡਿਆਂ ਤੇ ਸੱਟ ਲੱਗ ਗਈ ਤਾਂ ਉਸ ਨੂੰ ਅਕਲ ਆਈ। ਪਿਆਰਿਓ, ਪਿਤਾ ਜੀ ਤੁਹਾਡੀ ਗੱਲ ਠੀਕ ਹੈ, ਤੁਸੀਂ ਜੋ ਕਿਹਾ ਉਹ ਸਹੀ ਹੈ। ਯੈਸ ਫਰੈਂਡਸ, ਬਾਈਬਲ ਹੀ ਸਹੀ ਹੈ, ਪਰਮੇਸ਼ਵਰ ਦਾ ਵਚਨ ਸਹੀ ਹੈ, ਪਰਮੇਸ਼ਵਰ ਨੇ ਜੋ ਕਿਹਾ ਉਹ ਸਹੀ ਹੈ। ਸਮਝਦਾਰ ਵਿਅਕਤੀ ਸੱਟ ਲੱਗਣ ਤੋਂ ਪਹਿਲਾਂ ਹੀ ਪਰਮੇਸ਼ਵਰ ਦੀ ਗੱਲ ਮੰਨ ਲੈਂਦਾ ਹੈ, ਪਰ ਮੂਰਖ ਵਿਅਕਤੀ ਸੱਟ ਖਾਣ ਤੋਂ ਬਾਅਦ ਪਰਮੇਸ਼ਵਰ ਦੇ ਅਧੀਨ ਹੁੰਦਾ ਹੈ। ਮੂਰਖ ਵਿਅਕਤੀ ਸੱਟ ਖਾਣ ਤੋਂ ਬਾਅਦ ਵੀ ਅਧੀਨ ਨਹੀਂ ਹੁੰਦਾ। ਤੁਸੀਂ ਕੌਣ ਹੈ ਜਰਾ ਸੋਚੋ। ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ, ਬਹੁਤ ਹੀ ਸਪਸ਼ਟ ਸਾਡੇ ਨਾਲ ਗੱਲਾਂ ਕਰਨ ਦੇ ਲਈ ਤੁਹਾਡਾ ਧੰਨਵਾਦ। ਇੱਕ ਵਿਅਕਤੀ ਨੂੰ ਜੇ ਤੁਸੀਂ ਆਸ਼ੀਸ਼ ਦੇਣੀ ਹੈ, ਵਧਾਉਣਾ ਹੈ, ਇਸਤੇਮਾਲ ਕਰਨਾ ਹੈ, ਉਸ ਵਿਅਕਤੀ ਦੇ ਅੰਦਰ ਆਗਿਆਕਾਰੀਤਾ ਦਾ ਗੁਣ ਹੋਣਾ ਚਾਹੀਦਾ। ਇਹ ਗੁਣ ਜਿਹਦੇ ਅੰਦਰ ਹੋਵੇਗਾ ਤੁਸੀਂ ਜ਼ਰੂਰ ਉਸ ਨੂੰ ਆਸ਼ੀਸ਼ ਦੇਵੋਗੇ। ਜਦੋਂ ਸਾਡੀ ਨਮਰਤਾ, ਆਗਿਆਕਾਰੀਤਾ ਅਤੇ ਟੁੱਟਿਆ ਹੋਇਆ ਮਨ ਤੁਹਾਡੀ ਚਾਹਤ ਦੇ ਵਿੱਚ ਜਦੋਂ ਵਾਧਾ ਹੈ ਤਾਂ ਆਸ਼ੀਸ਼ਾਂ ਦੇ ਭੰਡਾਰ ਖੁੱਲ ਜਾਂਦੇ ਹੈ, ਅਭਿਸ਼ੇਕ ਦੇ ਦੁਆਰ ਖੁੱਲ ਜਾਂਦੇ ਆ। ਸਾਡੀ ਸੋਚ ਤੋਂ ਵੀ ਵੱਧ ਕੇ ਅਸੀਂ ਉੱਚੇ ਬਹੁਤ ਹੀ ਮਹਾਨ ਜੀਵਨ ਨੂੰ ਵੇਖ ਪਾਉਂਦੇ ਹਾਂ। ਪਿਤਾ ਜੀ, ਐਸੇ ਜੀਵਨ ਦੇ ਲਈ ਪਿਤਾ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਨ ਵਾਲੇ ਵਿਅਕਤੀ ਨੂੰ ਨਮਰਤਾ ਨਾਲ ਅਤੇ ਟੁੱਟੇ ਹੋਏ ਮਨ ਨੂੰ ਹਰ ਇੱਕ ਵਿਅਕਤੀ ਨੂੰ ਤੁਸੀਂ ਭਰ ਦਿਓ। ਪ੍ਰਭੂ ਯੀਸ਼ੂ ਦੇ ਨਾਮ 'ਚ ਮੰਗਦੇ ਹਾਂ ਪਿਤਾ, ਆਮੀਨ। आप सबको शलोम। मेरा नाम कृष्णा कुमार है। मेरे पत्नी का नाम प्रवलिका है और ये 2 मेरे बच्चे हैं। मैं अपने दोस्तों के साथ मिलकर अपने मर्जी के अनुसार जीवन बिताता था। परमेश्वर का भय नहीं मानता था, माता पिता की बात नहीं सुनता था, किसी का ध्यान नहीं देता था, अपनी मर्जी के अनुसार जीता था। मुझे बहुत सी बुरी आदतें थी। सिगरेट पीता था, शराब पीता था और बहुत सी आदतें थे। पॉकेट मनी के पैसे सारे मैं अपने बुरे आदतों में लगा देता था, लेकिन मैं अपने घर में एक अच्छे व्यक्ति की तरह नाटक करता था। दिन बीतते गए लेकिन मुझ में कोई बदलाव नहीं आया। शादी के बाद भी वैसे ही जीवन बिता रहा था। एक दिन दोस्तों के साथ मिलकर मैं बहुत शराब पिया। जब मैं घर गया, मेरी पत्नी मुझे देखकर बहुत दुखी हुई। तब जो हुआ उसके बारे में सोचकर मुझे बहुत बुरा लगा। मैं उन आदतों को छोड़ना चाहता था लेकिन छोड़ नहीं पाया। ऐसे वाले समय में एक बहन कलवरी टेम्पल के बारे में बताई और हम कलवरी टेम्पल गए। उस दिन वचन के द्वारा प्रभु सीधे मुझसे बात कर रहे थे। मूसा ने फैसला किया ਅਤੇ ਤੁਹਾਨੂੰ ਵੀ ਕਰਨਾ ਹੀ ਪੈਣਾ। ਚਾਹੇ ਤੁਸੀਂ ਪ੍ਰਭੂ ਦੇ ਪਿੱਛੇ ਚੱਲੋ ਜਾਂ ਫਿਰ ਸੰਸਾਰ ਪਿੱਛੇ ਚੱਲੋ, ਪਰ ਇਹਨਾਂ ਦੋਨਾਂ ਦੇ ਵਿਚਾਲੇ ਤੁਸੀਂ ਨਾ ਰਹੋ। ਤੁਸੀਂ ਚੰਗਾ ਜੀਵਨ ਬਿਤਾਉਣਾ ਚਾਹੁੰਦੇ ਹੋ ਜਾਂ ਫਿਰ ਪਾਪੀ ਜੀਵਨ ਬਿਤਾਉਣਾ ਚਾਹੁੰਦੇ ਹੋ, ਇਹ ਤੁਹਾਡੇ ਹੱਥ ਵਿੱਚ ਹੈ। ਤੁਸੀਂ ਕਿਸ ਤਰ੍ਹਾਂ जीना ਚਾਹੁੰਦੇ ਹੋ। वचन सुनकर मैं परमेश्वर का भय मानने लगा और मुझ में बदलाव आया और उस दिन मैं प्रभु से प्रार्थना किया, प्रभु मैं इतने दिन आपसे दूर था
अब से आपकी इच्छा अनुसार और आपके बच्चों जैसे जीने मुझे सहायता कीजिए। ऐसे में प्रभु से प्रार्थना किया। तब से नियमित रूप से अपने परिवार के साथ चर्च को आते हुए अपने आत्मिक रूप से आगे बढ़ रहा हूँ। मैं अपने सारे बुरे आदतों को छोड़ दिया और अच्छी तरह से मैं जीवन बिता रहा हूँ। मुझ में ये बदलाव देखकर हमारे घर वाले और रिश्तेदार बहुत खुश हुए। चर्च में आकर मुझे कोई काम दीजिए, ऐसा मैं प्रभु से प्रार्थना करता था। अब मैं कारपेंटर का काम कर रहा हूँ। प्रभु मुझे मेहनत से काम करने की शक्ति दिए। वचन से मेरा जीवन सुधर गया। मैं घर घर जाकर सुसमाचार सुना नहीं सकता हूँ, इसीलिए कलवरी आवाज़ के द्वारा अगर मैं सुनाऊंगा तो बहुत सारे लोगों का जीवन सुधरेगा। और मैं मेहनत से काम करते हुए अपनी कमाई में से प्रभु का सुसमाचार कलवरी आवाज़ के द्वारा मैं 2 बार सुनाया। जब मैं सुसमाचार सुनाया, प्रभु हमारे जीवन में आश्चर्य कार्य किए। प्रभु के आशीष के द्वारा हमें 2 बेटियां हुए। पहले चर्च आने में हमें मुश्किल होता था, लेकिन प्रभु अब हमें एक बाइक दिए। बाइक पर हम चर्च जा रहे हैं, प्रभु की आराधना कर रहे हैं। प्रभु के वचन से हमारा जीवन सुधर रहा है और आत्मिक रूप से आगे बढ़ रहे हैं। पहले मैं बाइबल ठीक से नहीं पढ़ती थी, आज पढ़ती तो फिर कुछ दिनों के बाद ऐसे पढ़ती थी, लेकिन अब मैं हर दिन बाइबल पढ़ रही हूँ। सतीश जी कहे साल में कम से कम 1 बार बाइबल पढ़ो। उनकी बात सुनकर एक बार मैं बाइबल पढ़ी, फिर से पढ़ रही हूँ। प्रभु की कृपा से हमारा परिवार अच्छी तरह से जीवन बिता रहे हैं। हम संसार के अनुसार जीवन बिताते थे, लेकिन अब वचन के अनुसार जी रहे हैं। प्रभु के दास को हमारा धन्यवाद। यीशु को सारी महिमा मिले। प्रभु ਦੇ ਵਿੱਚ ਮੇਰੇ ਪਿਆਰੇ ਲੋਕੋ, ਪ੍ਰਭੂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸ਼ਾਲੋਮ। ਕਲਵਰੀ ਆਵਾਜ਼ ਇਸ ਟੀਵੀ ਪ੍ਰੋਗਰਾਮ ਦੇ ਦੁਆਰਾ ਹਰ ਦਿਨ ਵਚਨ ਸੁਣਦੇ ਹੋਏ ਆਤਮਿਕ ਜੀਵਨ 'ਚ ਬਲਵੰਤ ਹੋਣ ਲਈ ਤੁਹਾਡਾ ਧੰਨਵਾਦ। ਇਨ੍ਹਾਂ ਅਦਭੁਤ ਵਚਨਾਂ ਦੇ ਦੁਆਰਾ ਬਹੁਤ ਸਾਰੇ ਵਿਗੜੇ ਹੋਏ ਲੋਕ ਪਵਿੱਤਰ ਜੀਵਨ ਜੀ ਰਹੇ ਹਨ। ਨਾਸ਼ ਹੋਣ ਵਾਲੇ ਬਹੁਤ ਸਾਰੇ ਪਰਿਵਾਰ ਜੁੜਦੇ ਜਾ ਰਹੇ ਹਨ। ਜ਼ਿੰਮੇਵਾਰੀ ਤੋਂ ਬਿਨਾਂ ਘੁੰਮਣ ਵਾਲੇ ਪਿਅੱਕੜ ਲੋਕ ਬਦਲ ਰਹੇ ਹਨ। ਇਸ ਤਰ੍ਹਾਂ ਬਹੁਤਿਆਂ ਦੇ ਜੀਵਨ ਨੂੰ ਠੀਕ ਕਰਨ ਵਾਲੇ, ਪਰਿਵਾਰਾਂ ਨੂੰ ਬਣਾਉਣ ਵਾਲੇ ਪਰਮੇਸ਼ਵਰ ਦੇ ਵਚਨ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਦੇ ਵਿੱਚ ਤੁਹਾਡੀ ਮਦਦ ਨੂੰ ਚਾਹੁੰਦਾ ਹਾਂ। ਅੱਜ ਇਹਨਾਂ ਪ੍ਰੋਗਰਾਮਾਂ ਨੂੰ ਦੇਖ ਕੇ ਆਪਣੇ ਆਤਮਿਕ ਜੀਵਨ ਨੂੰ ਵਧਾ ਰਹੇ ਹੋ। ਇਸ ਦੇ ਪਿੱਛੇ ਕਿਸੇ ਨਾ ਕਿਸੇ ਦਾ ਤਿਆਗ ਅਤੇ ਬਲੀਦਾਨ ਹੈ। ਇਹ ਜੋ ਪ੍ਰੋਗਰਾਮ ਹੈ ਟੀਵੀ ਦੇ ਉੱਤੇ ਮੁਫਤ ਇਹ ਪ੍ਰਸਾਰਿਤ ਨਹੀਂ ਕੀਤੇ ਜਾ ਸਕਦੇ। ਇਹਦੀ ਕੀਮਤ ਚੁਕਾਏ ਬਿਨਾਂ ਇਸ ਟੀਵੀ ਪ੍ਰੋਗਰਾਮਾਂ ਨੂੰ ਕਰਨਾ ਬਹੁਤ ਹੀ ਮੁਸ਼ਕਿਲ ਹੈ। ਜੋ ਪ੍ਰਭੂ ਦੇ ਨਾਮ 'ਚ ਪ੍ਰਾਰਥਨਾ ਕਰਦਾ ਹੈ ਉਹ ਮੁਕਤੀ ਪਾਉਂਦਾ ਹੈ। ਇਸ ਤਰ੍ਹਾਂ ਅਗਰ ਹਰ ਇੱਕ ਨੇ ਬਚਣਾ ਹੈ ਤਾਂ ਉਹਨਾਂ ਨੇ ਦੁਆ ਕਰਨੀ ਹੈ। ਅਗਰ ਪ੍ਰਾਰਥਨਾ ਕਰਨੀ ਹੈ ਤਾਂ ਵਿਸ਼ਵਾਸ ਕਰਨਾ ਹੈ। ਅਗਰ ਵਿਸ਼ਵਾਸ ਕਰਨਾ ਹੈ ਤਾਂ ਸੁਣਨਾ ਹੈ। ਸੁਣਨਾ ਹੈ ਤਾਂ ਪ੍ਰਚਾਰ ਕਰਨਾ ਹੈ। ਪ੍ਰਚਾਰ ਕਰਨਾ ਹੈ ਤਾਂ ਕੋਈ ਨਾ ਕੋਈ ਇਸ ਨੂੰ ਚਲਾਉਣ ਵਾਲਾ ਚਾਹੀਦਾ। ਇਹ ਤਾਂ ਰੋਮੀਆਂ ਨੂੰ ਲਿਖੀ ਗਈ ਪੱਤਰੀ ਦੇ ਵਿੱਚ 10 ਅਧਿਆਏ ਦੇ 11, 13, 14, 15 ਵਚਨ ਦੱਸਦੇ ਹਨ। ਅਗਰ ਇੱਕ ਸੇਵਕ ਨੇ ਇਹਨਾਂ ਵਚਨ ਦਾ ਪ੍ਰਚਾਰ ਕਰਨਾ ਹੈ ਤਾਂ ਤੁਹਾਡੇ ਵਰਗੇ ਲੋਕ ਪ੍ਰੇਮ ਨਾਲ, ਖੁਸ਼ੀ ਨਾਲ ਇਸ ਸੇਵਕਾਈ ਨੂੰ ਅੱਗੇ ਲੈ ਕੇ ਜਾਣਾ ਹੈ। ਇਸ ਸੇਵਕਾਈ ਦੇ ਦੁਆਰਾ, ਇਹਨਾਂ ਵਚਨਾਂ ਦੇ ਦੁਆਰਾ ਮਜ਼ਬੂਤ ਹੋਣ ਵਾਲੇ, ਸ਼ਾਂਤੀ ਪਾਉਣ ਵਾਲੇ ਤੁਸੀਂ ਅੱਗੇ ਆ ਕੇ ਘੱਟੋ ਘੱਟ ਇੱਕ ਪ੍ਰੋਗਰਾਮ ਦੀ ਮਦਦ ਕਰਨ ਦੇ ਨਾਲ ਲੱਖਾਂ ਲੋਕਾਂ ਤੱਕ ਇਸ ਸਾਮਰਥੀ ਵਚਨ ਨੂੰ ਤੁਸੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਆਓ ਜੀਵਨ ਨੂੰ ਬਦਲਣ ਵਾਲੇ ਇਹ ਸੰਦੇਸ਼ ਬਹੁਤ ਸਾਰੇ ਲੋਕ ਸੁਣ ਸਕੇ, ਵਿਸ਼ਵਾਸ ਕਰ ਸਕੇ, ਉਹਨਾਂ ਦੇ ਜੀਵਨ ਸੁਧਰ ਸਕੇ। ਤੁਹਾਡੇ ਵੱਲੋਂ ਮਦਦ ਕਰੋ ਇਹ ਚਾਹੁੰਦੇ ਹੋਏ ਇਸ ਸੇਵਕਾਈ ਨਾਲ ਪ੍ਰੇਮ ਕਰਕੇ ਪ੍ਰੋਤਸਾਹਿਤ ਕਰਨ ਵਾਲੇ ਤੁਸੀਂ ਸਭ ਨੂੰ ਮੇਰਾ ਪੂਰੇ ਦਿਲ ਤੋਂ ਧੰਨਵਾਦ।